ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਚੈਨਲ ਲਰਨ ਪੰਜਾਬੀ ਐਂਡ ਹਿਸਟਰੀ ਵਿਦ ਰਾਜਵੀਰ ਕੌਰ 'ਤੇ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਬੋਰਡ ਵੱਲੋਂ ਮਿਡਲ ਸ਼੍ਰੇਣੀਆਂ ਦੀ ਜਾਰੀ ਕੀਤੀ ਹੋਈ ਪੁਸਤਕ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਦੇ ਤੀਸਰੇ ਲੈਕਚਰ ਵਿੱਚ ਅਸੀਂ ਸ਼ਬਦ ਬੋਧ ਬਾਰੇ ਪੜ੍ਹਾਂਗੇ ਅਤੇ ਸਮਝਾਂਗੇ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਸ਼ਬਦ ਭੇਦ, ਨਾਂਵ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ ਬਾਰੇ ਹੀ ਸਮਝਾਂਗੇ ਅਤੇ ਲਿੰਗ, ਵਚਨ, ਕਾਲ-ਵੰਡ, ਸ਼ਬਦ ਰਚਨਾ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਆਰੰਭ ਕਰਾਂਗੇ ਸ਼ਬਦ ਬੋਧ। ਧੁਨੀਆਂ, ਲਗਾਂ ਅਤੇ ਲਗਾਖਰਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਜਿਵੇਂ ਕੱਕਾ, ਲੱਲਾ ਅਤੇ ਮੰਮਾ ਦੇ ਮੇਲ ਤੋਂ ਕਲਮ ਸ਼ਬਦ ਬਣਦਾ ਹੈ। ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਸ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ। ਜਦੋਂ ਕੁਝ ਅਲੱਗ-ਅਲੱਗ ਅੱਖਰ ਜੁੜ ਕੇ ਕੋਈ ਧੁਨੀ ਪੈਦਾ ਕਰਦੇ ਹਨ ਤਾਂ ਉਹਨੂੰ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਕੱਕਾ, ਲੱਲਾ ਅਤੇ ਮੰਮਾ ਇਹ ਅਲੱਗ-ਅਲੱਗ ਅੱਖਰ ਹਨ ਅਤੇ ਜਦੋਂ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਸ਼ਬਦ ਦਾ ਰੂਪ ਧਾਰਨ ਕਰ ਲੈਂਦੇ ਹਨ। ਸ਼ਬਦ ਮੂਲ ਰੂਪ ਵਿੱਚ ਦੋ ਪ੍ਰਕਾਰ ਦੇ ਹੁੰਦੇ ਹਨ: ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ। ਸਾਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ, ਜਿਨ੍ਹਾਂ ਰਾਹੀਂ ਕਿਸੇ ਮਨੁੱਖ, ਵਸਤੂ, ਕੰਮ ਵੱਲ ਸੰਕੇਤ ਕੀਤਾ ਜਾਂਦਾ ਹੈ। ਅਤੇ ਨਿਰਾਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ, ਪਰੰਤੂ ਸਾਰਥਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਵਿੱਚ ਵਿਸਤਾਰ ਕਰਦੇ ਹਨ। ਜਿਵੇਂ ਪਾਣੀ, ਧਾਣੀ, ਰੋਟੀ, ਰਾਟੀ, ਕੱਪੜਾ, ਕੁੱਪੜਾ ਆਦਿ। ਇਸ ਵਿੱਚ ਪਾਣੀ, ਰੋਟੀ ਅਤੇ ਕੱਪੜਾ ਸਾਰਥਕ ਸ਼ਬਦ ਹਨ ਅਤੇ ਧਾਣੀ, ਰੋਟੀ ਅਤੇ ਕੁੱਪੜਾ ਨਿਰਾਰਥਕ ਸ਼ਬਦ ਹਨ। ਨਿਰਾਰਥਕ ਸ਼ਬਦ ਆਮ ਬੋਲਚਾਲ ਦੀ ਭਾਸ਼ਾ ਦੇ ਸ਼ਬਦ ਹਨ। ਸਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਅਰਥ ਹੁੰਦਾ ਹੈ ਅਤੇ ਨਿਰਾਰਥਕ ਸ਼ਬਦਾਂ ਦਾ ਅਰਥ ਨਹੀਂ ਹੁੰਦਾ। ਨਿਰਾਰਥਕ ਸ਼ਬਦ ਹਮੇਸ਼ਾ ਸਾਰਥਕ ਸ਼ਬਦਾਂ ਦੇ ਨਾਲ ਹੀ ਵਰਤੇ ਜਾਂਦੇ ਹਨ। ਇਹਨਾਂ ਦੀ ਇਕੱਲੇ ਵਰਤੋਂ ਨਹੀਂ ਕੀਤੀ ਜਾਂਦੀ। ਸਾਰਥਕ ਸ਼ਬਦ ਪ੍ਰਯੋਗ ਦੇ ਆਧਾਰ 'ਤੇ 8 ਪ੍ਰਕਾਰ ਦੇ ਹੁੰਦੇ ਹਨ: ਨਾਂਵ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਫਸਟ, ਨਾਂਵ। ਕੱਲ੍ਹ 15 ਅਗਸਤ ਹੈ। ਕੱਲ੍ਹ ਨੂੰ ਸਾਡੇ ਸਕੂਲ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਜੀ ਝੰਡਾ ਲਹਿਰਾਉਣਗੇ। ਇਸ ਤੋਂ ਬਾਅਦ ਗੀਤ ਸੰਗੀਤ ਹੋਵੇਗਾ। ਅਖੀਰ ਵਿੱਚ ਮੁੱਖ ਮਹਿਮਾਨ ਜੀ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ। ਬੜਾ ਖੁਸ਼ੀਆਂ ਵਾਲਾ ਮਾਹੌਲ ਹੋਵੇਗਾ। ਇਹਨਾਂ ਲਾਈਨਾਂ ਦੇ ਵਿੱਚ ਜਿਹੜੇ ਸ਼ਬਦਾਂ ਨੂੰ ਗੂੜਾ ਕਰਕੇ, ਜਿਵੇਂ ਅਗਸਤ, ਸਕੂਲ, ਤਿਰੰਗਾ, ਪੰਜਾਬ, ਮੁੱਖ ਮੰਤਰੀ, ਝੰਡਾ, ਗੀਤ ਸੰਗੀਤ, ਮਹਿਮਾਨ, ਵਿਦਿਆਰਥੀ, ਇਨਾਮ, ਖੁਸ਼ੀਆਂ ਅਤੇ ਮਾਹੌਲ, ਇਹ ਸ਼ਬਦ ਨਾਂਵ ਹਨ। ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ, ਹਾਲਤ, ਗੁਣ, ਭਾਵ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ। ਜਿਵੇਂ ਗੀਤਾ, ਸੋਹਣਾ, ਜਲੰਧਰ, ਪਹਾੜ, ਖੁਸ਼ੀ ਅਤੇ ਗਮੀ। ਨਾਂਵ 5 ਪ੍ਰਕਾਰ ਦੇ ਹੁੰਦੇ ਹਨ: ਆਮ ਨਾਂਵ ਭਾਵ ਜਾਤੀਵਾਚਕ ਨਾਂਵ, ਖਾਸ ਨਾਂਵ ਭਾਵ ਨਿੱਜਵਾਚਕ ਨਾਂਵ, ਵਸਤੂਵਾਚਕ ਨਾਂਵ, ਇਕੱਠਵਾਚਕ ਨਾਂਵ ਅਤੇ ਭਾਵਵਾਚਕ ਨਾਂਵ। ਨਾਂਵ ਦੀ ਪਹਿਲੀ ਕਿਸਮ ਆਮ ਨਾਂਵ ਭਾਵ ਜਾਤੀਵਾਚਕ ਨਾਂਵ। ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਪੁਸਤਕ, ਮਨੁੱਖ, ਸ਼ਹਿਰ ਆਦਿ। ਇੱਥੇ ਜਿਹੜਾ ਪੁਸਤਕ ਸ਼ਬਦ ਹੈ ਇਹ ਕੇਵਲ ਇੱਕ ਪੁਸਤਕ ਲਈ ਨਹੀਂ, ਬਲਕਿ ਸਾਰੀਆਂ ਪੁਸਤਕਾਂ ਨੂੰ ਅਸੀਂ ਪੁਸਤਕ ਹੀ ਕਹਿੰਦੇ ਹਾਂ। ਇੱਥੇ ਕੋਈ ਖਾਸ ਪੁਸਤਕ ਦਾ ਜ਼ਿਕਰ ਨਹੀਂ ਕੀਤਾ ਗਿਆ। ਮਨੁੱਖ
ਮਨੁੱਖ ਕਿਸੇ ਇੱਕ ਲਈ ਨਹੀਂ ਬਲਕਿ ਪੂਰੀ ਮਨੁੱਖ ਜਾਤੀ ਲਈ ਮਨੁੱਖ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸ਼ਹਿਰ ਵੀ ਕਿਸੇ ਇੱਕ ਸ਼ਹਿਰ ਲਈ ਨਹੀਂ ਬਲਕਿ ਜਿੰਨੇ ਸ਼ਹਿਰ ਹਨ ਸਭ ਲਈ ਸ਼ਹਿਰ ਹੀ ਸ਼ਬਦ ਵਰਤਿਆ ਜਾਂਦਾ ਹੈ। ਇਹ ਸਭ ਆਮ ਨਾਂਵ ਹਨ। ਦੂਜੀ ਕਿਸਮ ਖਾਸ ਨਾਂਵ, ਜਿਹੜੇ ਸ਼ਬਦ ਤੋਂ ਕਿਸੇ ਖਾਸ ਵਿਅਕਤੀ, ਜੀਵ, ਖਾਸ ਵਸਤੂ, ਖਾਸ ਸਥਾਨ ਦੇ ਨਾਂ ਦਾ ਬੋਧ ਹੁੰਦਾ ਹੈ ਉਸਨੂੰ ਖਾਸ ਨਾਂਵ ਕਿਹਾ ਜਾਂਦਾ ਹੈ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਅਨੰਦਪੁਰ ਸਾਹਿਬ, ਸਤਲੁਜ, ਬਿਆਸ, ਰਾਵੀ ਆਦਿ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕੇਵਲ ਸਿੱਖਾਂ ਦੇ 10ਵੇਂ ਗੁਰੂ ਲਈ ਹੀ ਸ਼ਬਦ ਵਰਤਿਆ ਜਾਂਦਾ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਕਿਸੇ ਵੀ ਹੋਰ ਵਿਅਕਤੀ ਨੂੰ ਨਹੀਂ ਕਹਿ ਸਕਦੇ। ਅਨੰਦਪੁਰ ਸਾਹਿਬ ਇਹ ਕੇਵਲ ਉਸੇ ਸ਼ਹਿਰ ਲਈ ਹੀ ਨਾਂ ਵਰਤਿਆ ਜਾਂਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਿਵਾਸ ਸਥਾਨ ਬਣਾਇਆ ਸੀ। ਜਦੋਂ ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਡਾ ਧਿਆਨ ਕੇਵਲ ਉਨ੍ਹਾਂ ਹੀ ਖਾਸ ਵਿਅਕਤੀਆਂ, ਸਥਾਨਾਂ, ਜੀਵਾਂ ਵੱਲ ਜਾਂਦਾ ਹੈ। ਇਸ ਲਈ ਇਹ ਖਾਸ ਨਾਂਵ ਦੀਆਂ ਹੀ ਉਦਾਹਰਨਾਂ ਹਨ। ਤੀਸਰੀ ਕਿਸਮ ਵਸਤੂਵਾਚਕ ਨਾਂਵ, ਜਿਹੜੇ ਸ਼ਬਦ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ ਉਸਨੂੰ ਵਸਤੂਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਸੋਨਾ, ਚਾਂਦੀ, ਤੇਲ, ਕੱਪੜਾ, ਪੱਗ ਆਦਿ। ਜਿਹੜੀਆਂ ਵਸਤੂਆਂ ਨੂੰ ਅਸੀਂ ਤੋਲ, ਮਿਣ ਜਾਂ ਨਾਪ ਸਕਦੇ ਹਾਂ ਉਹਨੂੰ ਅਸੀਂ ਵਸਤੂਵਾਚਕ ਨਾਂਵ ਦੇ ਵਿੱਚ ਰੱਖਦੇ ਹਾਂ। ਜਿਵੇਂ ਸੋਨੇ ਨੂੰ ਵੀ ਅਸੀਂ ਤੋਲ ਸਕਦੇ ਹਾਂ, ਚਾਂਦੀ ਨੂੰ ਵੀ, ਤੇਲ ਨੂੰ ਵੀ, ਅਤੇ ਕੱਪੜਾ ਨੂੰ ਅਸੀਂ ਮਿਣ ਸਕਦੇ ਹਾਂ, ਪੱਗ ਨੂੰ ਵੀ ਅਸੀਂ ਮਿਣ ਸਕਦੇ ਹਾਂ। ਇਕੱਠਵਾਚਕ ਨਾਂਵ, ਜਿਹੜੇ ਸ਼ਬਦ ਵਿਅਕਤੀ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਾਉਣ ਉਹਨਾਂ ਨੂੰ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਫੌਜ, ਇੱਜੜ, ਸਰੈਣੀ, ਸਭਾ ਆਦਿ। ਜਦੋਂ ਅਸੀਂ ਫੌਜ ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਕਿਸੇ ਇੱਕ ਵਿਅਕਤੀ ਲਈ ਨਹੀਂ ਵਰਤਦੇ ਬਲਕਿ ਜਿਹੜੀ ਪੂਰੀ ਫੌਜ ਹੈ ਉਹਨਾਂ ਦੇ ਸਮੂਹ ਲਈ ਅਸੀਂ ਫੌਜ ਸ਼ਬਦ ਦੀ ਹੀ ਵਰਤੋਂ ਕਰਦੇ ਹਾਂ। ਸਰੈਣੀ ਸ਼ਬਦ ਵੀ ਕੇਵਲ ਇੱਕ ਲਈ ਨਹੀਂ ਬਲਕਿ ਪੂਰੀ ਸ਼੍ਰੇਣੀ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਹਨ ਸਭ ਨੂੰ ਅਸੀਂ ਸ਼੍ਰੇਣੀ ਹੀ ਕਹਿੰਦੇ ਹਾਂ। ਸਭਾ ਵੀ ਕੇਵਲ ਇੱਕ ਵਿਅਕਤੀ ਜਾਂ ਦੋਵਾਂ ਲਈ ਨਹੀਂ ਬਲਕਿ ਉੱਥੇ ਇਕੱਠ ਹੋਇਆ ਹੁੰਦਾ ਹੈ ਜਿੱਥੇ ਪੂਰੀ ਹੀ ਕਾਫੀ ਜ਼ਿਆਦਾ ਵਿਅਕਤੀਆਂ ਦੇ ਇਕੱਠ ਨੂੰ ਅਸੀਂ ਸਭਾ ਕਿਹਾ ਜਾਂਦਾ ਹੈ। ਇੱਜੜ ਵੀ ਇਸੇ ਤਰ੍ਹਾਂ ਕਿਸੇ ਸਮੂਹ ਦਾ ਹੀ ਗਿਆਨ ਕਰਾਉਂਦਾ ਹੈ। ਨਾਂਵ ਦੀ ਪੰਜਵੀਂ ਕਿਸਮ ਭਾਵਵਾਚਕ ਨਾਂਵ, ਜਿਹੜਾ ਸ਼ਬਦ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਦਾ ਗਿਆਨ ਹੋਵੇ ਉਸਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਖੁਸ਼ੀ, ਗਮੀ, ਸੱਚਾਈ, ਉਦਾਸੀ ਆਦਿ। ਭਾਵਵਾਚਕ ਨਾਂਵ ਵਿੱਚ ਅਸੀਂ ਉਹਨਾਂ ਸ਼ਬਦਾਂ ਨੂੰ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ, ਕੇਵਲ ਮਹਿਸੂਸ ਕਰ ਸਕਦੇ ਹਾਂ। ਜਿਵੇਂ ਖੁਸ਼ੀ, ਗਮੀ, ਸੱਚਾਈ, ਉਦਾਸੀ ਨੂੰ ਅਸੀਂ ਕੇਵਲ ਮਹਿਸੂਸ ਕਰ ਸਕਦੇ ਹਾਂ, ਵੇਖ ਨਹੀਂ ਸਕਦੇ। ਸ਼ਬਦ ਬੋਧ ਦੀ ਦੂਸਰੀ ਕਿਸਮ ਪੜ੍ਹਨਾਂਵ, ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਉਸਨੂੰ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਅਸੀਂ, ਤੁਸੀਂ, ਉਹ। ਪਹਿਲਾਂ ਜਿਨ੍ਹਾਂ ਵਾਕਾਂ ਵਿੱਚ ਅਸੀਂ ਕਿਸੇ ਵਿਅਕਤੀ, ਸਥਾਨ ਆਦਿ ਦੇ ਨਾਂ ਦੀ ਵਰਤੋਂ ਕਰਦੇ ਸੀ ਹੁਣ ਉੱਥੇ ਅਸੀਂ ਦੂਸਰੇ ਸ਼ਬਦ ਜਿਵੇਂ ਉਹ, ਇਹ, ਮੈਂ, ਤੁਸੀਂ, ਤੁਹਾਡਾ, ਇਹਦਾ, ਉੱਥੇ, ਇੱਥੇ ਆਦਿ ਸ਼ਬਦ ਵਰਤਾਂਗੇ। ਇਹ ਸਭ ਪੜ੍ਹਨਾਂਵ ਹੀ ਹੋਣਗੇ। ਪੜ੍ਹਨਾਂਵ ਦੀਆਂ 6 ਕਿਸਮਾਂ ਹੁੰਦੀਆਂ ਹਨ। ਪੁਰਖਵਾਚਕ ਪੜ੍ਹਨਾਂਵ, ਨਿੱਜਵਾਚਕ ਪੜ੍ਹਨਾਂਵ, ਨਿਸ਼ਚੈਵਾਚਕ ਪੜ੍ਹਨਾਂਵ, ਅਨਿਸ਼ਚੈਵਾਚਕ ਪੜ੍ਹਨਾਂਵ, ਸੰਬੰਧਵਾਚਕ ਪੜ੍ਹਨਾਂਵ ਅਤੇ ਪ੍ਰਸ਼ਨਵਾਚਕ ਪੜ੍ਹਨਾਂਵ। ਪਹਿਲੀ ਕਿਸਮ ਪੁਰਖਵਾਚਕ ਪੜ੍ਹਨਾਂਵ, ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਸਰੇ ਪੁਰਖਾਂ ਦੇ ਨਾਂ ਦੀ ਥਾਂ 'ਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਤੁਸੀਂ, ਉਹ ਆਦਿ। ਜਿਨ੍ਹਾਂ ਸ਼ਬਦਾਂ ਨੂੰ ਅਸੀਂ ਕਿਸੇ ਵਿਅਕਤੀ ਦੇ ਨਾਂ ਦੀ ਥਾਂ 'ਤੇ ਵਰਤਦੇ ਹਨ ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਪੁਰਖਵਾਚਕ ਪੜ੍ਹਨਾਂਵ 3 ਪ੍ਰਕਾਰ ਦੇ ਹੁੰਦੇ ਹਨ। ਉੱਤਮ ਪੁਰਖ ਜਾਂ ਪਹਿਲਾ ਪੁਰਖ, ਮੱਧਮ ਪੁਰਖ ਜਾਂ ਦੂਸਰਾ ਪੁਰਖ, ਅਨਯ ਪੁਰਖ ਜਾਂ ਤੀਸਰਾ ਪੁਰਖ। ਉੱਤਮ ਪੁਰਖ, ਜਿਹੜਾ ਪੁਰਖ ਗੱਲ ਕਰਦਾ ਹੈ ਉਸਨੂੰ ਉੱਤਮ ਪੁਰਖ ਜਾਂ
ਪਹਿਲਾ ਪੁਰਖ ਕਿਹਾ ਜਾਂਦਾ ਹੈ। ਜਿਵੇਂ ਮੈਂ, ਮੈਨੂੰ, ਅਸੀਂ, ਸਾਡਾ ਆਦਿ। ਜਿਹੜਾ ਪੁਰਖ ਅਤੇ ਮੱਧਮ ਪੁਰਖ, ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਜਾਂ ਦੂਸਰਾ ਪੁਰਖ ਕਿਹਾ ਜਾਂਦਾ ਹੈ। ਜਿਵੇਂ ਤੁਸੀਂ, ਤੂੰ, ਤੇਰਾ, ਤੁਹਾਡਾ ਆਦਿ। ਅਤੇ ਤੀਸਰੀ ਕਿਸਮ ਅਨਯ ਪੁਰਖ, ਜਿਹੜੇ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ ਅਨਯ ਪੁਰਖ ਕਿਹਾ ਜਾਂਦਾ ਹੈ। ਜਿਵੇਂ ਉਹ, ਉਹਨਾਂ ਆਦਿ। ਪੁਰਖਵਾਚਕ ਪੜ੍ਹਨਾਂਵ 3 ਕਿਸਮ ਦੇ ਹਨ। ਪਹਿਲਾ ਪੁਰਖ ਜੋ ਗੱਲ ਕਰ ਰਿਹਾ ਹੁੰਦਾ ਹੈ, ਦੂਸਰਾ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਤੀਸਰਾ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ। ਪੜ੍ਹਨਾਂਵ ਦੀ ਦੂਸਰੀ ਕਿਸਮ ਨਿੱਜਵਾਚਕ ਪੜ੍ਹਨਾਂਵ, ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਉਸਨੂੰ ਨਿੱਜਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ ਆਪ ਉਸਨੂੰ ਸਮਝਾਇਆ, ਮੁੰਡੇ ਆਪਸ ਵਿੱਚ ਲੜਦੇ ਹਨ, ਅਸੀਂ ਆਪ ਆਪਣੇ ਹੱਥੀਂ ਕੰਮ ਕੀਤਾ। ਇਹਨਾਂ ਵਾਕਾਂ ਵਿੱਚ ਮੈਂ, ਆਪਸ, ਆਪ ਨਿੱਜਵਾਚਕ ਪੜ੍ਹਨਾਂਵ ਹਨ। ਨਿੱਜਵਾਚਕ ਪੜ੍ਹਨਾਂਵ ਵਿੱਚ ਵਿਅਕਤੀ ਆਪਣੇ ਖੁਦ ਭਾਵ ਆਪਣੇ ਨਿੱਜ ਬਾਰੇ ਗੱਲ ਕਰਦਾ ਹੈ। ਤੀਸਰੀ ਕਿਸਮ ਨਿਸ਼ਚੈਵਾਚਕ ਪੜ੍ਹਨਾਂਵ, ਜਿਹੜੇ ਪੜ੍ਹਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸਦੇ ਨਾਂ ਦੀ ਥਾਂ ਵਰਤੇ ਜਾਣ ਉਸਨੂੰ ਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਆਹ ਕੁਝ ਬਣ ਰਿਹਾ ਹੈ, ਇਹ ਬੜਾ ਹਾਜ਼ਰ ਜਵਾਬ ਹੈ। ਨਿਸ਼ਚੈਵਾਚਕ ਪੜ੍ਹਨਾਂਵ ਉਹ ਹੁੰਦਾ ਹੈ ਜਿਹਦੇ ਵਿੱਚ ਅਸੀਂ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਪੂਰੀ ਨਿਸ਼ਚੇ ਨਾਲ, ਪੂਰੇ ਯਕੀਨ ਨਾਲ ਉਸਦੇ ਬਾਰੇ ਗੱਲ ਕਰਦੇ ਹਾਂ ਕਿ ਆਹ ਕੁਝ ਬਣ ਰਿਹਾ ਹੈ। ਉਹਦੇ ਵਿੱਚ ਕਿਸੇ ਵੀ ਭੁਲੇਖੇ ਦਾ ਕੋਈ ਵੀ ਗੁੰਜਾਇਸ਼ ਨਹੀਂ ਹੁੰਦੀ, ਪੂਰਾ ਯਕੀਨ ਹੁੰਦਾ ਹੈ। ਪੜ੍ਹਨਾਂਵ ਦੀ ਚੌਥੀ ਕਿਸਮ ਅਨਿਸ਼ਚੈਵਾਚਕ ਪੜ੍ਹਨਾਂਵ, ਜਿਹੜੇ ਪੜ੍ਹਨਾਂਵ ਸ਼ਬਦ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੈਪੂਰਵਕ ਗਿਆਨ ਨਾ ਹੋਵੇ ਉਸਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕੋਈ ਗੀਤ ਗਾ ਰਿਹਾ ਹੈ, ਇੱਥੇ ਕਈ ਹੁੰਦੇ ਹਨ। ਕੋਈ ਗੀਤ ਗਾ ਰਿਹਾ ਭਾਵ ਸਾਨੂੰ ਬਾਹਰੋਂ ਕਿਸੇ ਦੇ ਗੀਤ ਗਾਉਣ ਦੀ ਆਵਾਜ਼ ਤਾਂ ਆ ਰਹੀ ਹੈ ਪਰ ਸਾਨੂੰ ਇਹ ਬਿਲਕੁਲ ਵੀ ਪਤਾ ਨਹੀਂ ਹੈ ਕਿ ਉਹ ਕੌਣ ਹੈ ਜੋ ਗੀਤ ਗਾ ਰਿਹਾ ਹੈ। ਇੱਥੇ ਕਈ ਹੁੰਦੇ ਹਨ, ਇੰਨਾ ਤਾਂ ਸਾਨੂੰ ਪਤਾ ਹੈ ਕਿ ਇੱਥੇ ਕਈ ਲੋਕ ਹੁੰਦੇ ਹਨ ਪਰ ਇਹ ਨਹੀਂ ਪਤਾ ਕਿ ਉਹ ਕੌਣ ਹਨ। ਇਹਦੇ ਵਿੱਚ ਯਕੀਨ ਨਹੀਂ ਹੁੰਦਾ ਇਹਨਾਂ ਵਾਕਾਂ ਵਿੱਚ। ਪੜ੍ਹਨਾਂਵ ਦੀ ਪੰਜਵੀਂ ਕਿਸਮ ਸੰਬੰਧਵਾਚਕ ਪੜ੍ਹਨਾਂਵ, ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਵਰਤਿਆ ਜਾਵੇ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਹਨਾਂ ਨੂੰ ਸੰਬੰਧਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵੱਸਦੇ ਹਨ। ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ। ਸੰਬੰਧਵਾਚਕ ਪੜ੍ਹਨਾਂਵ ਦੇ ਵਿੱਚ ਦੋ ਅਲੱਗ-ਅਲੱਗ ਵਾਕਾਂ ਨੂੰ ਜੋ ਜੋੜਨ ਦਾ ਕੰਮ ਕਰਦਾ ਉਸਨੂੰ ਅਸੀਂ ਸੰਬੰਧਵਾਚਕ ਪੜ੍ਹਨਾਂਵ ਕਹਿੰਦੇ ਹਾਂ। ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ। ਲੋਕ ਅਲੱਗ ਸ਼ਬਦ ਇੱਥੇ ਰੱਖਿਆ ਗਿਆ, ਜਦੋਂ ਅਸੀਂ ਬੋਲਦੇ ਹਾਂ ਲੋਕ ਕਹਿ ਕੇ ਠਹਿਰਾਅ ਦੀ ਆਵਾਜ਼ ਹੁੰਦੀ ਹੈ ਅਤੇ ਜੋ ਸ਼ਬਦ ਜਿਹੜਾ ਹੈ ਉਹ ਬਾਕੀ ਸੈਂਟੈਂਸ ਨੂੰ ਲੋਕ ਦੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ, ਸੋ ਇਹ ਯੋਜਕ ਹੈ। ਇਸ ਨੂੰ ਅਸੀਂ ਸੰਬੰਧਵਾਚਕ ਪੜ੍ਹਨਾਂਵ ਕਹਿੰਦੇ ਹਾਂ। ਪੜ੍ਹਨਾਂਵ ਦੀ ਛੇਵੀਂ ਕਿਸਮ ਪ੍ਰਸ਼ਨਵਾਚਕ ਪੜ੍ਹਨਾਂਵ, ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਪਰ ਉਸ ਨਾਲ ਹੀ ਉਸ ਵਿੱਚੋਂ ਕੋਈ ਪੁੱਛ-ਗਿੱਛ ਕੀਤੀ ਜਾਵੇ ਉਸਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕੌਣ ਸੋ ਰਿਹਾ ਹੈ, ਗਲਾਸ ਕਿਸ ਨੇ ਤੋੜਿਆ, ਕਿਹੜਾ ਸ਼ੋਰ ਪਾ ਰਿਹਾ ਹੈ। ਕੌਣ ਸੋ ਰਿਹਾ ਹੈ, ਇੱਥੇ ਕੌਣ ਅਸੀਂ ਅਨਿਸ਼ਚੈਵਾਚਕ ਵਿੱਚ ਵੀ ਰੱਖ ਸਕਦੇ ਸਾਂ ਬਟ ਇਹ ਪ੍ਰਸ਼ਨ ਵੀ ਨਾਲ ਹੀ ਬਣ ਰਿਹਾ ਹੈ, ਇਸ ਲਈ ਇੱਥੇ ਲਾਸਟ 'ਤੇ ਪ੍ਰਸ਼ਨ ਮਾਰਕ ਹੋਏਗਾ ਅਤੇ ਕੌਣ ਸ਼ਬਦ ਨੂੰ ਅਸੀਂ ਪ੍ਰਸ਼ਨਵਾਚਕ ਪੜ੍ਹਨਾਂਵ ਦੀ ਹੀ ਕਿਸਮ ਦੇ ਵਿੱਚ ਰੱਖਾਂਗੇ। ਨਾਂਵ ਦੀ ਤੀਸਰੀ ਕਿਸਮ ਕਿਰਿਆ, ਅਸੀਂ ਹਰੇਕ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੋਏ ਵੇਖਦੇ ਹਾਂ। ਕੋਈ ਖਾਂਦਾ ਹੈ, ਕੋਈ ਪੀਂਦਾ ਹੈ,
कोई सौंदा है। इसे तरह पढ़ना, लिखना, हसना, रोना, लड़ना, खेडना आदि सब नित ਦੀਆਂ ਕਿਰਿਆਵਾਂ ਹਨ। ਵਿਆਕਰਨ ਵਿੱਚ ਇਹਨਾਂ ਕਿਰਿਆਵਾਂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਹੀ ਕਿਰਿਆ ਕਿਹਾ ਜਾਂਦਾ ਹੈ। ਉਦਾਹਰਨ, ਬੱਚਾ ਹੱਸਦਾ ਹੈ, ਪੰਛੀ ਉੱਡਦਾ ਹੈ, ਚਪੜਾਸੀ ਨੇ ਘੰਟੀ ਵਜਾਈ, ਸੁਮਿਤ ਹਾਕੀ ਖੇਡਦਾ ਹੈ। ਬੱਚਾ ਹੱਸਦਾ ਹੈ, ਹੱਸਣਾ ਵੀ ਇੱਕ ਕਿਰਿਆ ਹੈ ਕਿਉਂਕਿ ਉਹ ਕੁਝ ਕਰ ਰਿਹਾ ਹੈ। ਪੰਛੀ ਉੱਡਦਾ ਹੈ, ਪੰਛੀ ਵੀ ਤਾਂ ਕੁਝ ਕਰ ਰਿਹਾ ਹੈ। ਕੀ ਕਰ ਰਿਹਾ? ਉੱਡਣ ਦੀ ਕਿਰਿਆ। ਚਪੜਾਸੀ ਨੇ ਘੰਟੀ ਵਜਾਈ, ਚਪੜਾਸੀ ਨੇ ਵੀ ਇੱਕ ਕੰਮ ਕੀਤਾ। ਕਿਹੜਾ ਕੀਤਾ? ਘੰਟੀ ਵਜਾਉਣ ਦਾ। ਸੁਮਿਤ ਵੀ ਹਾਕੀ ਖੇਡ ਕੇ ਕਿਰਿਆ ਕਰ ਰਿਹਾ ਹੈ। ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਜੋ ਕੰਮ ਕਰਦਾ ਹੈ ਕਰਤਾ ਅਖਵਾਉਂਦਾ ਹੈ। ਕਿਰਿਆ ਦਾ ਪ੍ਰਭਾਵ ਉਸ ਉੱਤੇ ਪੈਂਦਾ ਹੈ, ਉਹ ਕਰਮ ਹੁੰਦਾ ਹੈ। ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ। ਕਰਮ ਕਰਕੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਜਿਹੜਾ ਕਿਰਿਆ ਦੇ ਵਿੱਚ ਕੰਮ ਖੁਦ ਕਰ ਰਿਹਾ ਹੁੰਦਾ ਹੈ ਉਸਨੂੰ ਅਸੀਂ ਕਰਤਾ ਕਹਿੰਦੇ ਹਾਂ, ਅਤੇ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪੈਂਦਾ ਉਸਨੂੰ ਕਰਮ ਕਿਹਾ ਜਾਂਦਾ, ਯਾਨੀ ਕਿ ਜਿਹੜਾ ਕੰਮ ਕੀਤਾ ਜਾ ਰਿਹਾ ਹੈ। ਅਤੇ ਕਰਮ ਦੇ ਪੱਖੋਂ ਕਿਰਿਆ ਦੋ ਪ੍ਰਕਾਰ ਦੀ ਹੈ। ਅਕਰਮਕ ਕਿਰਿਆ, ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਅਕਰਮਕ ਨਾਂ ਤੋਂ ਹੀ ਪਤਾ ਲੱਗਦਾ ਕਿ ਇਹਦੇ ਵਿੱਚ ਵੀ ਕਰਮ ਨਹੀਂ ਹੈਗਾ, ਕੇਵਲ ਕਰਤਾ ਹੈ। ਉਦਾਹਰਨ, ਵਰਖਾ ਪੈ ਰਹੀ ਹੈ, ਸੂਰਜ ਨਿਕਲ ਆਇਆ ਹੈ, ਮੁੰਡਾ ਹੱਸਦਾ ਹੈ, ਕੁੜੀ ਗਾਉਂਦੀ ਹੈ। ਇਹਨਾਂ ਵਾਕਾਂ ਵਿੱਚ ਵਰਖਾ ਪੈ ਰਹੀ ਹੈ, ਵਰਖਾ ਤਾਂ ਇੱਕ ਕਰਤਾ ਹੈ ਜੋ ਕਿ ਪੈ ਰਹੀ ਹੈ, ਪਰ ਵਰਖਾ ਕਿੱਥੇ ਪੈ ਰਹੀ ਹੈ ਉਸ ਜਗ੍ਹਾ ਦਾ ਨਾਮ ਨਹੀਂ ਲਿਖਿਆ, ਇਸ ਲਈ ਇੱਥੇ ਕਰਮ ਨਹੀਂ ਹੈਗਾ। ਸੂਰਜ ਨਿਕਲ ਰਿਹਾ ਹੈ, ਸੂਰਜ ਵੀ ਕਰਤਾ ਜੋ ਨਿਕਲਣ ਦਾ ਕੰਮ ਕਰ ਰਿਹਾ, ਪਰ ਸੂਰਜ ਕਿੱਥੇ ਨਿਕਲ ਰਿਹਾ ਹੈ? ਮੁੰਡਾ ਹੱਸ ਰਿਹਾ ਹੈ, ਮੁੰਡਾ ਕਿਹਦੇ 'ਤੇ ਹੱਸ ਰਿਹਾ ਹੈ? ਕੁੜੀ ਗਾਉਂਦੀ ਹੈ, ਕੁੜੀ ਕਿਹਦੇ ਨਾਲ ਗਾ ਰਹੀ ਹੈ? ਇਹ ਸਭ ਕੁਝ ਨਹੀਂ ਹੈ ਇੱਥੇ, ਇਸ ਲਈ ਇੱਥੇ ਕਰਮ ਨਹੀਂ ਹੈ, ਕੇਵਲ ਤੋਂ ਕੇਵਲ ਕਰਤਾ ਹੀ ਹੈ। ਅਗਲੀ ਕਿਸਮ ਸਕਰਮਕ ਕਿਰਿਆ। ਜਿਹੜੇ ਵਾਕ ਵਿੱਚ ਕਿਰਿਆ ਜਾਂ ਕਰਤਾ ਅਤੇ ਕਰਮ ਦੋਵੇਂ ਹੋਣ ਉਹਨਾਂ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਉਦਾਹਰਨ, ਮਾਤਾ ਜੀ ਰੋਟੀ ਪਕਾਉਂਦੇ ਹਨ, ਵਿਦਿਆਰਥੀ ਪਾਠ ਯਾਦ ਕਰਦੇ ਹਨ, ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ, ਬੱਚੇ ਫੁੱਟਬਾਲ ਖੇਡਦੇ ਹਨ। ਇੱਥੇ ਮਾਤਾ ਜੀ ਤੇ ਇੱਕ ਕਰਤਾ ਹੈ, ਪਰ ਕਰਮ ਕੀ ਕਰਨੇ? ਰੋਟੀ ਪਕਾਉਣ ਦਾ। ਵਿਦਿਆਰਥੀ ਕਰਤਾ ਹੈ ਅਤੇ ਉਹਦਾ ਕਰਮ ਕੀ ਹੈ? ਪਾਠ ਯਾਦ ਕਰਨ ਦਾ। ਇਸੇ ਤਰ੍ਹਾਂ ਉਹ ਵੀ ਕਰਤਾ ਹੈ ਅਤੇ ਕਰਮ ਕੀ ਹੈ? ਹਾਕੀ ਦਾ ਮੈਚ। ਬੱਚੇ ਵੀ ਕਰਤਾ ਹਨ ਅਤੇ ਉਹਨਾਂ ਦਾ ਕਰਮ ਕੀ ਹੈ? ਫੁੱਟਬਾਲ। ਸ਼ਬਦ ਬੋਧ ਦੀ ਚੌਥੀ ਕਿਸਮ ਵਿਸ਼ੇਸ਼ਣ। ਜਦੋਂ ਅਸੀਂ ਕਿਸੇ ਜੀਵ, ਜਗ੍ਹਾ ਜਾਂ ਵਸਤੂ ਦਾ ਗੁਣ, ਔਗੁਣ, ਰੰਗ, ਆਕਾਰ ਆਦਿ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਵਸਤੂ ਉਹੋ ਜਿਹੀਆਂ ਦੂਜੀਆਂ ਵਸਤੂਆਂ ਤੋਂ ਵਿਸ਼ੇਸ਼ ਬਣ ਜਾਂਦੀ ਹੈ। ਉਦਾਹਰਨ ਵਜੋਂ, ਗਊ ਇੱਕ ਆਮ ਜੀਵ ਹੈ, ਪਰ ਗਊ ਚਿੱਟੀ ਹੈ ਕਹਿਣ ਨਾਲ ਉਸ ਦੇ ਰੰਗ ਦੀ ਵਿਸ਼ੇਸ਼ਤਾ ਆ ਜਾਂਦੀ ਹੈ। ਇਸੇ ਤਰ੍ਹਾਂ ਮੁੰਡਾ ਇੱਕ ਆਮ ਲੜਕਾ ਹੈ, ਪਰ ਮੁੰਡਾ ਬਹੁਤ ਸੋਹਣਾ ਹੈ, ਇੱਕ ਵਿਸ਼ੇਸ਼ ਮੁੰਡੇ ਵੱਲ ਇਸ਼ਾਰਾ ਕਰਦਾ ਹੈ। ਅਜਿਹੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਆਕਰਨ ਵਿੱਚ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰਨ ਅਤੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਸ਼ਾਲਿਨੀ ਬੁੱਧੀਮਾਨ ਹੈ, ਸ਼ਾਲਿਨੀ ਦੀ ਵਿਸ਼ੇਸ਼ਤਾ ਕੀ ਦੱਸੀ ਗਈ ਅਤੇ ਉਹਦੀ ਬੁੱਧੀ ਬਾਰੇ, ਉਹਦੀ ਬੁੱਧੀਮਾਨ ਬਾਰੇ। ਗੀਤਾ ਸੋਹਣੀ ਕੁੜੀ ਹੈ, ਮੁੰਡਾ ਉਦਮੀ ਹੈ। ਵਿਸ਼ੇਸ਼ਣ ਦੇ ਗਾੜੀ 5 ਭੇਦ ਹਨ
यानी कि विशेषण 5 प्रकार का है। ਇੱਥੇ ਇੱਕ ਸਰਕਲ ਦੇ ਵਿੱਚ ਵੀ ਇਸਨੂੰ ਐਕਸਪਲੇਨ ਕੀਤਾ ਗਿਆ ਹੈ। ਜਿਵੇਂ ਵਿਸ਼ੇਸ਼ਣ ਅਤੇ ਉਹਦੀ 5 ਕਿਸਮਾਂ। ਫਸਟ, ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ ਅਤੇ ਪੜ੍ਹਨਾਵੀ ਵਿਸ਼ੇਸ਼ਣ। ਸੋ ਅਸੀਂ ਐਕਸਪਲੇਨ ਕਰਾਂਗੇ। ਫਸਟ ਕਿਸਮ ਗੁਣਵਾਚਕ ਵਿਸ਼ੇਸ਼ਣ, ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜ੍ਹਨਾਂਵ ਸ਼ਬਦ ਦੇ ਗੁਣ, ਔਗੁਣ ਆਦਿ ਪ੍ਰਗਟ ਕਰੇ ਉਸਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਪਤਲੀ ਕੁੜੀ, ਸੁੰਦਰ ਦ੍ਰਿਸ਼, ਉੱਚੀ ਪਦਮੀ। ਇਹਦੇ ਵਿੱਚ ਜਦੋਂ ਅਸੀਂ ਕਿਸੇ ਦਾ ਗੁਣ ਦੱਸਦੇ ਹਾਂ, ਜਿਵੇਂ ਪਤਲੀ ਕੁੜੀ, ਕੁੜੀ ਦਾ ਪਤਲਾ ਹੋਣਾ ਉਸਦਾ ਗੁਣ ਹੈ। ਕਿਸੇ ਦ੍ਰਿਸ਼ ਦਾ ਸੁੰਦਰ ਹੋਣਾ ਵੀ ਉਹਦਾ ਗੁਣ ਹੈ, ਅਤੇ ਪਦਮੀ ਦਾ ਉੱਚਾ ਹੋਣਾ ਵੀ ਉਹਦਾ ਆਪਣਾ ਇੱਕ ਗੁਣ ਹੈ। ਇਹਦੇ ਵਿੱਚ ਉਹਦੇ ਉਹ ਗੁਣ ਨਹੀਂ ਦੱਸੇ ਜਾਂਦੇ, ਕੇਵਲ ਤੋਂ ਕੇਵਲ ਗੁਣ ਹੀ ਦੱਸੇ ਜਾਂਦੇ ਹਨ, ਜਿਹਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਦੂਸਰੀ ਕਿਸਮ ਸੰਖਿਆਵਾਚਕ ਵਿਸ਼ੇਸ਼ਣ, ਜਿਹੜੇ ਸ਼ਬਦ ਤੋਂ ਨਾਂਵ ਜਾਂ ਪੜ੍ਹਨਾਂਵ ਦੀ ਸੰਖਿਆ, ਭਾਰ, ਗਿਣਤੀ ਦਾ ਗਿਆਨ ਹੋਵੇ ਉਸਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਸੀਤਾ ਕੋਲ 7 ਕਿਤਾਬਾਂ ਹਨ, ਮੈਂ 7ਵੇਂ ਨੰਬਰ 'ਤੇ ਹਾਂ, ਇਸ ਕਮੀਜ਼ ਦਾ ਮੁੱਲ 50 ਰੁਪਏ ਹੈ। ਇੱਥੇ ਸੀਤਾ ਕੋਲ ਕਿੰਨੀਆਂ ਕਿਤਾਬਾਂ ਹਨ? 7। ਉਹਨਾਂ ਦੀ ਗਿਣਤੀ ਦੱਸੀ ਗਈ ਹੈ। ਮੈਂ ਕਿੰਨਵੇਂ ਨੰਬਰ 'ਤੇ ਹਾਂ? 7ਵੇਂ ਨੰਬਰ 'ਤੇ, ਉਹਦੀ ਵੀ ਗਿਣਤੀ ਹੈ। ਇਸ ਕਮੀਜ਼ ਦਾ ਮੁੱਲ 50 ਰੁਪਏ ਹੈ। ਉਹਦੇ ਮੁੱਲ ਨੂੰ ਵੀ ਅਸੀਂ ਅੱਖਰਾਂ ਦੇ ਵਿੱਚ ਦੱਸਿਆ ਹੋਇਆ, ਜਿਹਨੂੰ ਅਸੀਂ ਗਿਣ ਸਕਦੇ ਹਾਂ। ਇਹਨਾਂ ਨੂੰ ਸੰਖਿਆਵਾਚਕ ਕਿਹਾ ਜਾਂਦਾ ਹੈ। ਤੀਸਰੀ ਕਿਸਮ ਪਰਿਮਾਣਵਾਚਕ ਵਿਸ਼ੇਸ਼ਣ, ਜਿਹੜੇ ਸ਼ਬਦ ਤੋਂ ਨਾਂਵ ਜਾਂ ਪੜ੍ਹਨਾਂਵ ਦੀ ਮਿਣਤੀ, ਮਾਪ ਜਾਂ ਤੋਲ ਦਾ ਗਿਆਨ ਹੋਵੇ ਉਸਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਦੀਨਾਨਾਥ ਕੋਲ ਬਹੁਤ ਧਨ ਹੈ, ਰਾਮ ਦਾ ਥੋੜ੍ਹਾ ਕੰਮ ਬਾਕੀ ਹੈ, ਅਸੀਂ ਕਾਫੀ ਕੰਮ ਮੁਕਾ ਲਿਆ। ਇਹਨਾਂ ਵਾਕਾਂ ਵਿੱਚ ਜਿਹੜਾ ਦੀਨਾਨਾਥ ਕੋਲ ਬਹੁਤ ਧਨ ਹੈ, ਉਹਦੀ ਮਿਣਤੀ ਹੈ ਕਿ ਉਹ ਨੋਰਮਲ, ਜਿੱਦਾਂ ਇੱਥੇ ਹੁੰਦਾ ਦੀਨਾਨਾਥ ਕੋਲ ਧਨ ਹੈ, ਤਦ ਸਾਨੂੰ ਇਹ ਨਹੀਂ ਸੀ ਪਤਾ ਹੋਣਾ ਵੀ ਉਹਦੇ ਕੋਲ ਧਨ ਕਿੰਨਾ ਹੈ, ਥੋੜ੍ਹਾ ਹੈ, ਬਹੁਤਾ ਹੈ, ਕਿੰਨਾ ਹੈ। ਇੱਥੇ ਉਹਦੀ ਗਿਣਤੀ ਸਾਫ਼ ਦੱਸੀ ਹੋਈ ਹੈ, ਪਰਿਮਾਣ ਕੱਢ ਕੇ ਦੱਸਿਆ ਹੋਇਆ ਕਿ ਉਹਦੇ ਕੋਲ ਬਹੁਤ ਜ਼ਿਆਦਾ ਧਨ ਹੈ। ਇਸੇ ਤਰ੍ਹਾਂ ਵਿਸ਼ੇਸ਼ਣ ਦੀ ਚੌਥੀ ਕਿਸਮ ਨਿਸ਼ਚੈਵਾਚਕ ਵਿਸ਼ੇਸ਼ਣ, ਜਿਹੜੇ ਸ਼ਬਦ ਨਾਂਵ ਜਾਂ ਪੜ੍ਹਨਾਂਵ ਵੱਲ ਨਿਸ਼ਚੈ ਪੂਰਵਕ ਸੰਕੇਤ ਕਰੇ ਅਤੇ ਉਸਨੂੰ ਆਮ ਤੋਂ ਵਿਸ਼ੇਸ਼ ਬਣਾਵੇ, ਉਸਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਇਹ ਕੁੜੀ ਕਿੰਨੀ ਸਮਝਦਾਰ ਹੈ, ਉਹ ਫੁੱਲ ਕਿੰਨਾ ਸੋਹਣਾ ਹੈ। ਜਦੋਂ ਅਸੀਂ ਕਿਸੇ ਇੱਕ ਵਿਅਕਤੀ ਵੱਲ, ਜਿਵੇਂ ਇੱਥੇ ਕਿਹਾ ਇਹ ਕੁੜੀ, ਉਹਤੇ ਉਹਨੂੰ ਬਾਕੀ ਸਾਰਿਆਂ ਦੇ ਵਿੱਚੋਂ ਵਿਸ਼ੇਸ਼ਤਾ ਦਰਜਾ ਮਿਲ ਜਾਂਦਾ ਹੈ। ਅਤੇ ਉਹ ਫੁੱਲ, ਉੱਥੇ ਭਾਵੇਂ ਉੱਥੇ 10 ਫੁੱਲ ਲੱਗੇ ਹਨ, 10 ਫੁੱਲਾਂ ਦੇ ਬੂਟੇ ਹਨ, ਪਰ ਜਦੋਂ ਅਸੀਂ ਕਹਾਂਗੇ ਉਹ ਫੁੱਲ, ਤਾਂ ਉਹ ਫੁੱਲ ਬਾਕੀ ਸਾਰਿਆਂ ਨਾਲੋਂ ਵਿਸ਼ੇਸ਼ ਹੋ ਜਾਏਗਾ ਅਤੇ ਉਹਦਾ ਨਿਸ਼ਚੈ ਵੀ ਹੋ ਜਾਏਗਾ ਕਿ ਇਸੇ ਫੁੱਲ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਵਿਸ਼ੇਸ਼ਣ ਦੀ ਪੰਜਵੀਂ ਕਿਸਮ ਪੜ੍ਹਨਾਵੀ ਵਿਸ਼ੇਸ਼ਣ, ਜਿਹੜਾ ਸ਼ਬਦ ਪੜ੍ਹਨਾਂਵ ਹੋਵੇ ਪਰ ਨਾਂਵ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ, ਉਸਨੂੰ ਪੜ੍ਹਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਜਿਸ ਆਦਮੀ ਨੇ ਗਲਤੀ ਕੀਤੀ ਸੀ ਉਹ ਮੰਨ ਗਿਆ, ਮੇਰੀ ਕਿਤਾਬ ਕਿਸ ਕੋਲ ਹੈ। ਇੱਥੇ ਮੇਰੀ ਕਿਤਾਬ ਬਾਰੇ ਹੀ ਗੱਲ ਕੀਤੀ ਹੈ ਅਤੇ ਨਾਲ ਹੀ ਇੱਕ ਸਵਾਲ ਵੀ ਪੁੱਟ ਕੀਤਾ ਗਿਆ ਕਿ ਮੇਰੀ ਕਿਤਾਬ ਕਿਸ ਕੋਲ ਹੈ। ਸ਼ਬਦ ਬੋਧ ਦੀ ਪੰਜਵੀਂ ਕਿਸਮ ਕਿਰਿਆ ਵਿਸ਼ੇਸ਼ਣ, ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਆਦਿ ਦੱਸੇ, ਉਸਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਰਾਜੂ ਨੇ ਬੂਹਾ ਖੋਲ੍ਹਿਆ, ਇਹ ਕਿਰਿਆ ਦੇ ਵਿੱਚ, ਇਸ ਵਾਕ ਦੇ ਵਿੱਚ ਕਿਰਿਆ ਤਾਂ ਦੱਸੀ ਨਹੀਂ ਗਈ, ਰਾਜੂ ਕਰਤਾ ਹੈ ਅਤੇ ਉਹਨੇ ਬੂਹਾ ਖੋਲ੍ਹਿਆ ਹੈ, ਮਤਲਬ ਕਿਰਿਆ ਤਾਂ ਹੈਗੀ ਹੈ, ਉਸਨੇ ਬੂਹਾ ਖੋਲ੍ਹਣਾ ਇੱਕ ਕਿਰਿਆ ਹੈ। ਬਟ ਜਿਵੇਂ ਰਾਜੂ ਨੇ ਬੂਹਾ ਹੌਲੀ ਜਿਹੀ ਖੋਲ੍ਹਿਆ, ਜਿਹੜੀ ਉਹਦੀ ਹੌਲੀ ਸ਼ਬਦ ਹੈ ਉਹਦੀ ਕਿਰਿਆ ਦੀ ਵਿਸ਼ੇਸ਼ਤਾ ਹੈ ਕਿ ਉਹਨੇ ਬਿਲਕੁਲ ਹੌਲੀ ਜਿਹੀ ਬੂਹਾ ਖੋਲ੍ਹਿਆ। ਉਹ ਕਮਰੇ ਦੇ ਵਿੱਚ ਗਿਆ,
ਉਹ ਕਰਤਾ ਹੈ, ਕਮਰੇ ਦੇ ਵਿੱਚ ਗਿਆ, ਇਹ ਕਿਰਿਆ। ਉਹ ਕਮਰੇ ਦੇ ਵਿੱਚ ਕਾਹਲੀ ਨਾਲ ਗਿਆ। ਜਿਹੜਾ ਕਾਹਲੀ ਸ਼ਬਦ ਹੈ ਉਸਦੀ ਕਿਰਿਆ ਦੀ ਵਿਸ਼ੇਸ਼ਤਾ ਹੈ ਕਿ ਉਹ ਕਾਹਲੀ ਦੇ ਨਾਲ ਕਮਰੇ 'ਚ ਗਿਆ। ਸੀਤਾ ਗਾਉਂਦੀ ਹੈ, ਸੀਤਾ ਕਰਤਾ ਹੈ, ਗਾਉਂਦੀ ਉਹਦੀ ਕਿਰਿਆ ਹੈ। ਸੀਤਾ ਬਹੁਤ ਸੁਰੀਲਾ ਗਾਉਂਦੀ ਹੈ ਅਤੇ ਸੁਰੀਲਾ ਉਹਦੀ ਵਿਸ਼ੇਸ਼ਤਾ ਹੈ। ਤਰਸੇਮ ਸਕੂਲ ਆਇਆ ਹੈ, ਤਰਸੇਮ ਵੀ ਕਰਤਾ ਹੈ, ਤਰਸੇਮ ਸਕੂਲ ਤੋਂ ਆਇਆ ਹੈ। ਤਰਸੇਮ ਕਰਤਾ ਹੈ ਅਤੇ ਸਕੂਲ ਤੋਂ ਆਇਆ ਉਹਦੀ ਕਿਰਿਆ ਹੈ। ਤਰਸੇਮ ਸਕੂਲ ਤੋਂ ਹੁਣੇ ਆਇਆ ਹੈ, ਹੁਣੇ ਸ਼ਬਦ ਜਿਹੜਾ ਉਹਦੀ ਵਿਸ਼ੇਸ਼ਤਾ ਹੈ। ਇਸੇ ਤਰ੍ਹਾਂ ਕਿਰਿਆ ਵਿਸ਼ੇਸ਼ਣ 8 ਕਿਸਮ ਦੇ ਹੁੰਦੇ ਹਨ, ਜਿਨ੍ਹਾਂ ਨੂੰ ਇਸ ਪੁਸਤਕ ਦੇ ਵਿੱਚ ਇੱਕ ਚਾਰਟ ਦੇ ਰੂਪ ਵਿੱਚ ਵੀ ਦਰਸਾਇਆ ਗਿਆ ਹੈ। ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹਨ। ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ, ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਅਤੇ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਫਸਟ, ਕਾਲਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਸ ਕਿਰਿਆ ਵਿੱਚ ਸਮੇਂ ਬਾਰੇ ਸੰਕੇਤ ਕੀਤਾ ਜਾਵੇ, ਜਿਵੇਂ ਹੁਣੇ, ਭਲਕੇ, ਰਾਤੋਂ ਰਾਤ, ਹਰ ਰੋਜ਼, ਕਦੇ ਕਦਾਈ, ਇਹ ਸਭ ਕਾਲਵਾਚਕ ਕਿਰਿਆ ਵਿਸ਼ੇਸ਼ਣ ਹਨ। ਦੂਸਰੀ ਕਿਸਮ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ ਉਸਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਘਰ, ਬਾਜ਼ਾਰ, ਇੱਧਰ, ਪਿੱਛੇ, ਸਾਹਮਣੇ, ਸੱਜਿਓਂ, ਖੱਬਿਓਂ। ਜਿਨ੍ਹਾਂ ਵਾਕਾਂ ਦੇ ਵਿੱਚ ਕਿਰਿਆ ਦੇ ਸਥਾਨ ਬਾਰੇ ਗੱਲ ਕੀਤੀ ਜਾਵੇ ਅਤੇ ਨਿਸ਼ਚਿਤ ਕੀਤੀ ਜਾਵੇ, ਘਰ, ਬਾਜ਼ਾਰ, ਇੱਧਰ, ਉੱਧਰ, ਇਹ ਸਭ ਨਿਸ਼ਚਿਤ ਰੂਪ ਵਿੱਚ ਦੱਸਿਆ ਜਾਵੇ ਕਿ ਉਹ ਕਿਹੜੇ ਸਥਾਨ 'ਤੇ ਕਿਰਿਆ ਹੋਈ ਹੈ, ਉਸਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਤੀਸਰੀ ਕਿਸਮ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਸਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਹੌਲੀ, ਛੇਤੀ, ਇਉਂ, ਉਸ ਤਰ੍ਹਾਂ ਆਦਿ। ਚੌਥੀ ਕਿਸਮ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਹਨਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਇਸ ਲਈ, ਇੰਝ, ਕਿਉਂਕਿ, ਤਦੇ, ਤਾਂ ਹੀ ਆਦਿ। ਪੰਜਵੀਂ ਕਿਸਮ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਮਿਣਤੀ, ਮਿਕਦਾਰ ਜਾਂ ਪਰਿਮਾਣ ਦਾ ਬੋਧ ਹੋਵੇ ਉਹਨਾਂ ਨੂੰ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਜ਼ਰਾ, ਬਹੁਤ, ਇੰਨਾ, ਜਿੰਨਾ, ਰਤਕ ਆਦਿ। ਜਿਨ੍ਹਾਂ ਸ਼ਬਦਾਂ ਤੋਂ ਜਿਹੜੀ ਕਿਰਿਆ ਹੋ ਰਹੀ ਹੈ ਉਹਦੇ ਵਿੱਚ ਜਿਹੜੀ ਵਸਤੂ ਹੈ ਉਹਦੇ ਪਤਾ ਲੱਗੇ ਉਹ ਹੈ ਕਿੰਨੀ, ਜਿਵੇਂ ਜ਼ਰਾ, ਬਹੁਤ ਜ਼ਿਆਦਾ, ਇੰਨੀ, ਜਿੰਨੀ, ਰਤਕ ਆਦਿ, ਇਹ ਸਭ ਪਰਿਮਾਣਵਾਚਕ ਹਨ। ਅਤੇ ਛੇਵੀਂ ਕਿਸਮ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੁਹਰਾਈ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਕਹਿੰਦੇ ਹਨ। ਜਿਵੇਂ ਘੜੀ ਮੁੜੀ, ਦੁਬਾਰਾ, ਕਈ ਵਾਰ, ਇੱਕ ਦੋ ਜਾਂ ਦੋ ਦੋ ਆਦਿ। ਅਤੇ ਅੱਗੇ ਸੱਤਵੀਂ ਕਿਸਮ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਪੂਰਵਕ ਗਿਆਨ ਹੋਵੇ ਉਹਨਾਂ ਨੂੰ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਜੀ ਹਾਂ, ਆਹੋ ਜੀ, ਚੰਗਾ ਜੀ ਆਦਿ। ਇਸੇ ਤਰ੍ਹਾਂ ਅੱਗੇ ਅੱਠਵੀਂ ਕਿਸਮ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਬੇਸ਼ੱਕ, ਬਿਲਕੁਲ, ਜ਼ਰੂਰ ਆਦਿ। ਸ਼ਬਦ ਬੋਧ ਦੀ ਛੇਵੀਂ ਕਿਸਮ ਸੰਬੰਧਕ। ਜਿਹੜੇ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਇਹ ਪੈਨ ਰਾਮ ਦਾ ਹੈ, ਇਹ ਪੈਨ ਰਾਮ ਦਾ।
ਜਿਹੜਾ ਦਾ ਸ਼ਬਦ ਹੈ ਉਹ ਸੰਬੰਧ ਪੈਦਾ ਕਰਦਾ ਪਿਆ। ਜਿਹੜਾ ਇਹ ਪੈਨ ਹੈ ਰਾਮ ਦਾ ਹੀ ਹੈ। ਧੰਨੇ ਦੀ ਮੱਝ, ਜਿਹੜੀ ਮੱਝ ਉਹ ਕਿਹਦੀ ਹੈ? ਧੰਨੇ ਦੀ। ਅਤੇ ਦੀ ਸ਼ਬਦ ਜਿਹੜਾ ਇਹਨਾਂ ਵਿੱਚ ਸੰਬੰਧ ਪੈਦਾ ਕਰਦਾ ਪਿਆ। ਇਸੇ ਤਰ੍ਹਾਂ ਗਾਇਤਰੀ ਕੋਲ ਇੱਕ ਕੈਮਰਾ ਹੈ। ਜਿਹੜਾ ਕੋਲ ਸ਼ਬਦ ਉਹ ਨਿਸ਼ਚਿਤ ਦੱਸਦਾ ਪਿਆ ਕਿ ਗਾਇਤਰੀ ਦੇ ਕੋਲ ਹੀ ਕੈਮਰਾ ਹੈ, ਕਿਸੇ ਹੋਰ ਕੋਲ ਨਹੀਂ। ਇੱਥੇ ਗਾਇਤਰੀ ਅਤੇ ਕੈਮਰੇ ਦੇ ਵਿੱਚ ਜਿਹੜਾ ਸੰਬੰਧ ਹੈ ਉਹ ਕਿਹੜਾ ਸ਼ਬਦ ਪ੍ਰਗਟ ਕਰਨ ਡਿਆ? ਕੋਲ। ਇਸੇ ਤਰ੍ਹਾਂ ਗੀਤਾ ਦੇ ਵਾਲ ਬਹੁਤ ਲੰਬੇ ਹਨ। ਗੀਤਾ ਦੇ ਵਾਲਾਂ ਦੇ ਵਿੱਚ ਵੀ ਸੰਬੰਧ ਜੋ ਹੈ ਉਹ ਦੇ ਲਫ਼ਜ਼ ਦੇ ਜ਼ਰੀਏ ਹੀ ਪ੍ਰਗਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੁਝ ਹੋਰ ਵੀ ਸੰਬੰਧਕ ਹੁੰਦੇ ਹਨ, ਜਿਵੇਂ ਨਾਲ, ਤੋਂ, ਉੱਪਰ, ਤੱਕ, ਤੋੜੀ, ਤਾਈਂ, ਇਹ, ਹੇਠਾਂ, ਨੇੜੇ, ਕੋਲ, ਸਾਹਿਤ, ਪਾਸ, ਦੂਰ, ਸਾਹਮਣੇ, ਪਰੇ, ਬਿਨਾਂ, ਲਈ, ਵੱਲ, ਰਾਹੀਂ, ਦੁਬਾਰਾ। ਇਹ ਸਾਰੇ ਸ਼ਬਦ ਸੰਬੰਧਕ ਦਾ ਹੀ ਕੰਮ ਕਰਦੇ ਹਨ। ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 2 ਪ੍ਰਕਾਰ ਦੇ, ਪੂਰਨ ਸੰਬੰਧਕ ਅਤੇ ਅਪੂਰਨ ਸੰਬੰਧਕ, ਜਿਹਨੂੰ ਇੱਥੇ ਪੁਸਤਕ ਦੇ ਵਿੱਚ ਇੱਕ ਚਾਰਟ ਦੇ ਰੂਪ ਵਿੱਚ ਹੀ ਦਰਸਾਇਆ ਗਿਆ ਹੈ। ਪੂਰਨ ਸੰਬੰਧਕ, ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਰਾਜੂ ਦਾ ਬੈਟ ਵਧੀਆ ਹੈ, ਕੱਲ੍ਹ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ। ਪੂਰਨ ਸੰਬੰਧਕ, ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਰਾਜੂ ਦਾ ਬੈਟ ਵਧੀਆ ਹੈ, ਕੱਲ੍ਹ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ। ਇੱਥੇ ਜਿਹੜਾ ਦਾ ਸ਼ਬਦ ਹੈ ਉਹ ਰਾਜੂ ਅਤੇ ਬੈਟ ਦੇ ਵਿੱਚ ਇਕੱਲਾ ਹੀ ਪੂਰਾ ਸੰਬੰਧ ਪ੍ਰਗਟ ਕਰਨ ਡਿਆ। ਇਸੇ ਤਰ੍ਹਾਂ ਭਾਰਤ ਦਾ ਮੈਚ ਪਾਕਿਸਤਾਨ ਨਾਲ, ਜਿਹੜਾ ਦਾ ਹੈ ਉਹ ਭਾਰਤ ਅਤੇ ਮੈਚ ਦੇ ਵਿੱਚ ਵੀ ਸੰਬੰਧ ਪ੍ਰਗਟ ਕਰਨ ਡਿਆ ਪੂਰੀ ਤਰ੍ਹਾਂ। ਅਤੇ ਨਾਲ ਸ਼ਬਦ ਮੈਚ ਅਤੇ ਪਾਕਿਸਤਾਨ ਦੇ ਵਿੱਚ, ਕਿ ਮੈਚ ਕਿਹਦਾ? ਪਾਕਿਸਤਾਨ ਦਾ ਹੈ, ਪੂਰੀ ਤਰ੍ਹਾਂ ਸੰਬੰਧ ਪ੍ਰਗਟ ਕਰਦਾ ਪਿਆ, ਇਸ ਲਈ ਪੂਰਨ ਸੰਬੰਧਕ ਹਨ। ਅਤੇ ਅੱਗੇ ਦੂਸਰੀ ਕਿਸਮ ਹੈ ਅਪੂਰਨ ਸੰਬੰਧਕ, ਜਿਹੜੇ ਸ਼ਬਦ ਇਕੱਲੇ ਸੰਬੰਧਕ ਨਾਲ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਮੇਰਾ ਘਰ ਰਾਜੂ ਦੇ ਘਰ ਕੋਲ ਹੈ। ਇੱਥੇ ਜਿਹੜਾ ਹੈ ਕੋਲ ਸ਼ਬਦ ਦੇ ਨਾਲ ਹੀ ਪੂਰਨ ਹੋ ਰਿਹਾ। ਜੇ ਇੱਥੇ ਦੇ ਸ਼ਬਦ ਨਾ ਹੋਵੇ ਤਾਂ ਕੋਲ ਸ਼ਬਦ ਇਕੱਲਾ ਇਹਨਾਂ ਨੂੰ ਜੋੜਨ ਦਾ ਕੰਮ ਨਹੀਂ ਕਰ ਪਾਉਣ ਡਿਆ। ਤੁਹਾਡੀ ਸੀਟ ਮੇਰੇ ਤੋਂ ਪਰੇ ਹੈ, ਜਿਹੜੀ ਉਹਦੀ ਸੀਟ ਹੈ ਉਹਨੇ ਪਰੇ ਸ਼ਬਦ ਜਿਹੜਾ ਉਹ ਕੇਵਲ ਪੂਰਨ ਸੰਬੰਧਕ ਨਹੀਂ ਹੈ, ਉਹ ਤੋਂ ਦੇ ਨਾਲ ਆ ਕੇ ਹੀ ਕੰਮ ਕਰਦਾ ਪਿਆ ਹੈ। ਇਸੇ ਤਰ੍ਹਾਂ ਜੇ ਸੰਬੰਧਕ ਨਾ ਹੋਣ ਵਾਕ ਵਿੱਚ ਤਾਂ ਵਾਕ ਦਾ ਕੋਈ ਅਰਥ ਹੀ ਨਹੀਂ ਰਹਿੰਦਾ। ਜਿਵੇਂ ਇਹ ਪੈਨ ਰਾਮ ਦਾ ਹੈ, ਜੇ ਇੱਥੇ ਸੰਬੰਧਕ ਨੂੰ ਹਟਾ ਦਈਏ ਇਹ ਪੈਨ ਰਾਮ ਹੈ, ਇਸ ਵਾਕ ਦਾ ਕੋਈ ਅਰਥ ਹੀ ਨਹੀਂ ਨਿਕਲਦਾ। ਇਸ ਲਈ ਸੰਬੰਧਕ ਦਾ ਵਾਕ ਦੇ ਵਿੱਚ ਮਹੱਤਵਪੂਰਨ ਰੋਲ ਹੈ। ਸ਼ਬਦ ਦੀ 7ਵੀਂ ਕਿਸਮ ਯੋਜਕ। ਯੋਜਕ ਦਾ ਸ਼ਾਬਦਿਕ ਅਰਥ ਹੈ ਜੋੜਨਾ ਜਾਂ ਜੋੜਨ ਵਾਲਾ। 2 ਜਾਂ 2 ਤੋਂ ਵੱਧ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨਾ। ਜਿਹੜੇ ਸ਼ਬਦ ਵਾਕ ਵਿੱਚ 2 ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ। ਜਿਵੇਂ ਹਾਕੀ ਅਤੇ ਕ੍ਰਿਕਟ ਦੋਵੇਂ ਅੰਤਰਰਾਸ਼ਟਰੀ ਖੇਡ ਹਨ। ਇੱਥੇ ਹਾਕੀ ਅਤੇ ਕ੍ਰਿਕਟ ਅਲੱਗ-ਅਲੱਗ ਖੇਡਾਂ ਹਨ ਅਤੇ ਇਹਨਾਂ ਨੂੰ ਜੋੜਨ ਦਾ ਕੰਮ ਕੌਣ ਕਰ ਰਿਹਾ? ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋਂ ਬਹਾਨਾ ਕਰਦਾ ਹੈ। ਇੱਥੇ 2 ਵਾਕ ਹਨ, ਮੈਨੂੰ ਵਿਸ਼ਵਾਸ ਹੈ, ਉਹ ਬਿਮਾਰ ਨਹੀਂ ਸਗੋਂ ਬਹਾਨਾ ਕਰਦਾ ਹੈ। ਅਤੇ ਇਹਨਾਂ ਦੋਵਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਪਿਆ ਹੈ ਕੀ ਸ਼ਬਦ। ਅਸੀਂ ਉਸ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਆਦਮੀ ਬੜਾ ਨਾਸ਼ੁਕਰਾ ਹੈ। ਇੱਥੇ ਜਿਹੜਾ ਕਿਉਂਕਿ ਸ਼ਬਦ ਹੈ ਇਹਨਾਂ ਦੋਵਾਂ ਵਾਕਾਂ ਨੂੰ ਆਪਸ ਵਿੱਚ ਜੋੜ ਕੇ ਯੋਜਕ ਦਾ ਕੰਮ ਕਰਦਾ ਪਿਆ। ਯੋਜਕ ਕਿੰਨੀ ਪ੍ਰਕਾਰ ਦੇ ਹਨ? 2 ਪ੍ਰਕਾਰ ਦੇ ਹਨ, ਸਮਾਨ ਯੋਜਕ ਅਤੇ ਅਧੀਨ ਯੋਜਕ। ਸਮਾਨ ਯੋਜਕ, ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਰਾਮ ਅਤੇ ਸ਼ਾਮ ਦਾ ਕੱਦ ਇੱਕੋ ਜਿਹਾ ਹੈ।
ਇਸ ਵਾਕ ਵਿੱਚ ਰਾਮ ਅਤੇ ਸ਼ਾਮ ਦੇ ਕੱਦ ਦੀ ਗੱਲ ਕੀਤੀ ਗਈ ਹੈ ਅਤੇ ਦੋਵਾਂ ਵਿੱਚ ਬਰਾਬਰ ਸਮਾਨਤਾ ਕੀ ਹੈ? ਕੱਦ ਬਾਰੇ। ਅਤੇ ਇਸ ਲਈ ਇੱਥੇ ਨਾਲ ਜੋੜਨ ਦਾ ਕੰਮ ਕੌਣ ਕਰ ਰਿਹਾ? ਅਤੇ ਸ਼ਬਦ। ਜਿਵੇਂ ਚਾਹ ਵੀ ਪੀਓ ਅਤੇ ਰੋਟੀ ਵੀ ਖਾਓ। ਇੱਥੇ ਜਿਹੜੇ ਦੋਵੇਂ ਵਾਕ ਨੇ ਖਾਣ ਪੀਣ ਦੇ ਨਾਲ ਹੀ ਜੁੜੇ ਹਨ ਅਤੇ ਇਹਨਾਂ ਦੋਵਾਂ ਵਾਕਾਂ ਨੂੰ ਆਪਸ ਵਿੱਚ ਜੁੜਨ ਦਾ ਕੰਮ ਕੌਣ ਕਰ ਰਿਹਾ? ਤੇ ਸ਼ਬਦ। ਉਹ ਬੁਜ਼ਦਿਲ ਨਹੀਂ ਸਗੋਂ ਬਹਾਦਰ ਹੈ। ਇਸ ਵਾਕ ਦੇ ਵਿੱਚ ਉਸਦੀ ਮਾਨਸਿਕਤਾ ਦੇ ਬਾਰੇ ਗੱਲ ਕੀਤੀ ਗਈ ਹੈ। ਬੁਜ਼ਦਿਲ ਵੀ ਉਸਦੀ ਮਾਨਸਿਕਤਾ ਬਾਰੇ ਹੈ ਅਤੇ ਬਹਾਦਰ ਵੀ। ਅਤੇ ਇਹਨਾਂ ਦੋਵਾਂ ਸਮਾਨ ਸ਼ਬਦਾਂ ਨੂੰ ਜੋੜਨ ਦਾ ਕੰਮ ਕਰਦਾ ਪਿਆ ਸਗੋਂ ਸ਼ਬਦ। ਇਸੇ ਤਰ੍ਹਾਂ ਅਧੀਨ ਯੋਜਕ, ਜਿਹੜਾ ਸ਼ਬਦ ਇੱਕ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਜਾਂ ਉਪਵਾਕਾਂ ਨਾਲ ਜੋੜਨ, ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਮੈਂ ਤੁਹਾਡੇ ਉੱਤੇ ਪੈਸੇ ਖਰਚਦਾ ਹਾਂ ਤਾਂ ਕਿ ਤੁਸੀਂ ਕੁਝ ਬਣ ਸਕੋ। ਜਿਹੜਾ ਅਧੀਨ ਯੋਜਕ ਹੈ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਉਹਨਾਂ ਵਿੱਚੋਂ ਇੱਕ ਜਿਹੜਾ ਹੁੰਦਾ ਉਹ ਪ੍ਰਧਾਨ ਉਪਵਾਕ ਹੁੰਦਾ, ਜਿਹੜਾ ਕਿ ਮੇਨ ਹੁੰਦਾ ਹੈ, ਅਤੇ ਦੂਸਰਾ ਉਹਦੇ ਨਾਲ ਹੀ ਜੁੜਿਆ ਹੋਇਆ ਅਧੀਨ ਉਪਵਾਕ ਹੁੰਦਾ ਹੈ, ਜਿਹਨੂੰ ਜੋੜਨ ਦੀ ਜੋ ਸ਼ਬਦ ਕੰਮ ਕਰਦਾ ਉਸਨੂੰ ਅਸੀਂ ਅਧੀਨ ਯੋਜਕ ਕਹਿੰਦੇ ਹਾਂ। ਇਸੇ ਤਰ੍ਹਾਂ ਸ਼ਬਦ ਬੋਧ ਦੀ 8ਵੀਂ ਕਿਸਮ ਵਿਸਮਿਕ। ਸ਼ਬਦ ਬੋਧ ਦੀ 8ਵੀਂ ਕਿਸਮ ਕੀ ਹੈ? ਵਿਸਮਿਕ। ਜਿਨ੍ਹਾਂ ਸ਼ਬਦਾਂ ਦੁਆਰਾ ਖੁਸ਼ੀ, ਗਮੀ, ਹੈਰਾਨੀ, ਡਰ, ਪ੍ਰਸ਼ੰਸਾ ਆਦਿ ਦੇ ਭਾਵ ਪ੍ਰਗਟ ਹੋਣ, ਵਿਆਕਰਨ ਵਿੱਚ ਉਹਨਾਂ ਨੂੰ ਅਸੀਂ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਹਾਏ, ਆਹਾ, ਓਹ, ਵਾਹ, ਮੈਂ। ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ। ਪ੍ਰਸ਼ੰਸਾਵਾਚਕ ਵਿਸਮਿਕ, ਸ਼ੋਕਵਾਚਕ ਵਿਸਮਿਕ, ਹੈਰਾਨੀਵਾਚਕ ਵਿਸਮਿਕ, ਸੂਚਨਾਵਾਚਕ ਵਿਸਮਿਕ, ਸੰਬੋਧਨੀ ਵਾਚਕ ਵਿਸਮਿਕ, ਸਤਿਕਾਰਵਾਚਕ ਵਿਸਮਿਕ, ਫਿਟਕਾਰਵਾਚਕ ਵਿਸਮਿਕ, ਅਸੀਸਵਾਚਕ ਵਿਸਮਿਕ ਅਤੇ ਇੱਛਾਵਾਚਕ ਵਿਸਮਿਕ। ਪਹਿਲੀ ਕਿਸਮ ਹੈ ਇੱਥੇ ਵਿਸਮਿਕ ਦੀ ਪ੍ਰਸ਼ੰਸਾਵਾਚਕ ਵਿਸਮਿਕ। ਜਿਹੜੇ ਸ਼ਬਦ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ, ਯਾਨੀ ਕਿ ਖੁਸ਼ੀ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਅਸੀਂ ਪ੍ਰਸ਼ੰਸਾਵਾਚਕ ਵਿਸਮਿਕ ਕਹਿੰਦੇ ਹਾਂ। ਜਿਵੇਂ ਅਸ਼ਕੇ, ਆਹਾ, ਸ਼ਾਬਾਸ਼, ਸ਼ਾਵਾ, ਖੂਬ, ਬੱਲੇ ਆਦਿ। ਅਤੇ ਦੂਸਰੀ ਕਿਸਮ ਸ਼ੋਕਵਾਚਕ ਵਿਸਮਿਕ, ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ, ਉਸਨੂੰ ਅਸੀਂ ਸ਼ੋਕਵਾਚਕ ਵਿਸਮਿਕ ਕਹਿੰਦੇ ਹਾਂ। ਜਿਵੇਂ ਉਫ, ਹਾਏ, ਓਹੋ, ਹਾਏ ਰੱਬਾ ਆਦਿ। ਹੈਰਾਨੀਵਾਚਕ ਵਿਸਮਿਕ, ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਹੈਰਾਨੀਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਓਹ, ਆਹਾ, ਹੈਂ, ਹੈ, ਵਾਹ, ਵਾਹ ਵਾਹ ਆਦਿ। ਅਤੇ ਚੌਥੀ ਕਿਸਮ ਸੂਚਨਾਵਾਚਕ ਵਿਸਮਿਕ, ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ। ਜਿਵੇਂ ਸੁਣੋ ਜੀ, ਹਟੋ ਜੀ, ਖਬਰਦਾਰ, ਠਹਿਰੋ ਜ਼ਰਾ ਆਦਿ। ਅਤੇ ਵਿਸਮਿਕ ਦੀ ਪੰਜਵੀਂ ਕਿਸਮ ਸੰਬੋਧਨੀ ਵਾਚਕ, ਜਦੋਂ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ, ਕਿਸੇ ਨੂੰ ਸੰਬੋਧਨ ਕਰਦੇ ਹਾਂ, ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਣ, ਉਹਨਾਂ ਤੋਂ ਬਾਅਦ ਆਮ ਤੌਰ 'ਤੇ ਕਾਮਾ ਲੱਗਦਾ ਹੈ। ਪਰ ਜੇਕਰ ਇਹਨਾਂ ਦੇ ਪ੍ਰਸੰਗ ਤੋਂ ਪਤਾ ਲੱਗੇ ਕਿ ਸੰਬੋਧਨ ਦੇ ਸ਼ਬਦ ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ, ਸ਼ੁਕਰਾਨਾ ਆਦਿ ਦੇ ਭਾਵ ਨਾਲ ਜੁੜੇ ਹਨ, ਤਦ ਵਿਸਮਿਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ। ਜਿਵੇਂ ਨੀ ਕੁੜੀਏ, ਓਏ ਕਾਕਾ, ਓਏ ਮੁੰਡਿਓ ਆਦਿ। ਇਸੇ ਤਰ੍ਹਾਂ ਵਿਸ਼ੇਸ਼ਣ ਦੀ 6ਵੀਂ ਕਿਸਮ ਸਤਿਕਾਰਵਾਚਕ ਵਿਸਮਿਕ, ਜਿਹੜੇ ਸ਼ਬਦ ਵਾਕ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਤਿਕਾਰਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਧੰਨ ਭਾਗ ਜੀ, ਜੀ ਆਇਆਂ ਨੂੰ, ਆਓ ਜੀ ਆਦਿ। 7ਵੀਂ ਕਿਸਮ ਫਿਟਕਾਰਵਾਚਕ ਵਿਸਮਿਕ, ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਫਿਟਕਾਰਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਲੱਖ ਲਾਹਨਤ, ਫਿਟੇ ਮੂੰਹ ਆਦਿ। 8ਵੀਂ ਕਿਸਮ ਅਸੀਸਵਾਚਕ ਵਿਸਮਿਕ, ਜਿਹੜੇ ਸ਼ਬਦ ਵਾਕ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਦੇ ਹਨ, ਉਹਨਾਂ ਨੂੰ ਅਸੀਸਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ
ਸਾਈਂ ਜੀਵੇ, ਖੁਸ਼ ਰਹੋ, ਜਵਾਨੀਆਂ ਮਾਣੋ, ਜਿਉਂਦਾ ਰਹੋ ਆਦਿ। ਇਸੇ ਤਰ੍ਹਾਂ ਵਿਸਮਿਕ ਦੀ ਲਾਸਟ 9ਵੀਂ ਕਿਸਮ ਇੱਛਾਵਾਚਕ ਵਿਸਮਿਕ, ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਇੱਛਾਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਹੇ ਕਰਤਾ, ਹੇ ਵਾਹਿਗੁਰੂ, ਜੇ ਕਦੇ ਆਦਿ। ਇਸੇ ਨਾਲ ਸਾਡਾ ਅੱਜ ਦਾ ਟੌਪਿਕ ਸ਼ਬਦ ਬੋਧ ਕੰਪਲੀਟ ਹੁੰਦਾ, ਜਿਹਦੇ ਵਿੱਚ ਅਸੀਂ ਸ਼ਬਦ ਦੇ 8 ਰੂਪਾਂ ਬਾਰੇ ਗੱਲ ਕੀਤੀ ਹੈ, ਜਿਵੇਂ ਨਾਂਵ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ ਬਾਰੇ। ਇਸੇ ਤਰ੍ਹਾਂ ਦੀਆਂ ਪੰਜਾਬੀ ਭਾਸ਼ਾ ਨਾਲ ਜੁੜੀਆਂ ਹੋਈਆਂ ਹੋਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ। ਅਤੇ ਸਾਡੀਆਂ ਇਹਨਾਂ ਵੀਡੀਓ ਦਾ ਮੇਨ ਮਤਲਬ ਬੀਟੈਟ ਕਰ ਰਹੇ ਵਿਦਿਆਰਥੀਆਂ ਨੂੰ 6ਵੀਂ ਤੋਂ 8ਵੀਂ ਕਲਾਸ ਦੀ ਵਿਆਕਰਨ ਬਾਰੇ ਜਾਣਕਾਰੀ ਦੇਣਾ ਹੈ। ਸੋ ਜੇ ਕਿਸੇ ਨੂੰ ਭਾਸ਼ਾ ਜਾਂ ਸਾਹਿਤ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।